Metrology and Instrumentation, lecture number 4. In the previous 3 lectures, I taught you regarding the metrology. Then after that, standards in metrology. In the third lecture, we discussed regarding the errors and their types. But in the fourth lecture, we start with characteristics of measurement. ਇਹਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਟਾਈਪਸ ਦੀਆਂ ਕਰੈਕਟਰਿਸਟਿਕਸ ਨੇ ਮੇਜ਼ਰਮੈਂਟ ਦੀਆਂ। ਮੇਜ਼ਰਮੈਂਟ ਕੀ ਹੈ, ਕੋਈ ਵੀ ਆਪਾਂ ਸਾਈਜ਼ ਮੇਜਰ ਕੀਤਾ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਪਰਟੀਜ਼ ਦੇ ਨਾਲ ਉਹਨੂੰ ਦੇਖ ਸਕਦੇ ਹਾਂ। ਫਸਟ ਇਜ਼ ਪ੍ਰੀਸੀਜ਼ਨ ਕੀ ਹੈ, ਇਟ ਇਜ਼ ਦਾ ਰਿਪੀਟੇਬਿਲਿਟੀ ਆਫ ਮੇਜ਼ਰਿੰਗ ਪ੍ਰੋਸੈਸ। ਕੋਈ ਵੀ ਆਪਾਂ ਮੇਜ਼ਰਿੰਗ ਪ੍ਰੋਸੈਸ ਦੇ ਨਾਲ ਸਾਈਜ਼ ਨੂੰ ਮੇਜਰ ਕਰ ਰਹੇ ਹਾਂ ਇੱਕ ਇੰਸਟਰੂਮੈਂਟ ਦੇ ਨਾਲ। ਵਰਨੀਅਰ ਦਾ ਕੇਸ ਲੈ ਕੇ ਚੱਲਦੇ ਆ, ਵਰਨੀਅਰ ਦੇ ਨਾਲ ਕੋਈ ਸਾਈਜ਼ ਮੇਜਰ ਕਰ ਰਹੇ ਹਾਂ, ਉਹ ਹਰੇਕ ਵਾਰੀ ਆਪਾਂ ਨੂੰ ਸੇਮ ਰੀਡਿੰਗ ਰਿਪੀਟ ਕਰੇ। ਫੋਰ ਐਗਜ਼ਾਮਪਲ, ਇੱਕ ਸਪੈਸੀਮੈਨ ਦਾ ਜਿਹੜਾ ਸਾਈਜ਼ ਆ ਉਹ 10 mm ਆ, ਬਟ ਜਿਹੜੀ ਆਪਾਂ ਵਰਨੀਅਰ ਦੇ ਨਾਲ ਉਹਨੂੰ ਫਸਟ ਟਾਈਮ ਮੇਜਰ ਕੀਤਾ 10.1 ਆਈ ਰੀਡਿੰਗ, ਸੈਕਿੰਡ ਟਾਈਮ ਮੇਜਰ ਕੀਤਾ 9.9, ਥਰਡ ਟਾਈਮ ਮੇਜਰ ਕੀਤਾ ਦੈਨ 10 mm। ਮਤਲਬ ਕੀ ਆ, ਉਹ ਪ੍ਰੀਸਾਈਜ਼ ਨਹੀਂ ਆ, ਹਰੇਕ ਵਾਰੀ ਕੀ ਆ ਰੀਡਿੰਗ ਆਪਣੇ ਕੋਲੇ ਚੇਂਜ ਹੋ ਰਹੀ ਆ ਇੱਕੋ ਵਰਨੀਅਰ ਦੇ ਨਾਲ ਜਦੋਂ ਮੇਜਰ ਕਰ ਰਹੇ ਹਾਂ। ਸੈਕਿੰਡ ਵਨ ਇਜ਼ ਐਕੂਰੇਸੀ। ਇਟ ਇਜ਼ ਦਾ ਡਿਗਰੀ ਟੂ ਵਿਚ ਦਾ ਮੈਜ਼ਰਡ ਵੈਲਿਊ ਇਜ਼ ਕਲੋਜ਼ ਟੂ ਦਾ ਟਰੂ ਵੈਲਿਊ। ਜਿਹੜੀ ਵੈਲਿਊ ਮੇਜਰ ਕਰ ਰਹੇ ਆ ਉਹ ਕਲੋਜ਼ ਆਉਣੀ ਚਾਹੀਦੀ ਆ ਟੂ ਦਾ ਟਰੂ ਵੈਲਿਊ। ਜੋ ਸਪੈਸੀਮੈਨ ਦਾ ਸਾਈਜ਼ ਆ, ਜੇ 10 mm ਦਾ ਆਪਣੇ ਕੋਲ ਸਪੈਸੀਮੈਨ ਆ ਤਾਂ ਉਹਦੀ ਰੀਡਿੰਗ 10 mm ਹੀ ਆਉਣੀ ਚਾਹੀਦੀ ਆ। ਹੁਣ ਆਪਣੇ ਕੋਲ ਦੋ ਵਰਨੀਅਰ ਨੇ, ਫਸਟ ਦੇ ਨਾਲ ਮੇਜਰ ਕੀਤਾ ਤਾਂ ਸਾਈਜ਼ ਆਇਆ ਮੇਜਰਡ ਵੈਲਿਊ ਦਾ 10.1 mm, ਪਰ ਜਦੋਂ ਸੈਕਿੰਡ ਦੇ ਨਾਲ ਮੇਜਰ ਕੀਤਾ ਤਾਂ ਸਾਈਜ਼ ਆ ਗਿਆ 10 mm। ਮੀਨਿੰਗ ਕੀ ਆ, ਫਸਟ ਜਿਹੜਾ ਆਪਣੇ ਕੋਲ ਵਰਨੀਅਰ ਆ ਉਹ ਐਕੂਰੇਟ ਨਹੀਂ ਹੈਗਾ, ਬਟ ਜਿਹੜਾ ਸੈਕਿੰਡ ਵਰਨੀਅਰ ਆ ਉਹ ਐਕੂਰੇਟ ਆ। ਨਾਓ ਐਕੂਰੇਸੀ ਵਰਸਿਸ ਪ੍ਰਸੀਜ਼ਨ, ਇਹ ਕਾਫੀ ਇੰਪੋਰਟੈਂਟ ਆ ਫਰੋਮ ਫਾਈਨਲ ਐਗਜ਼ਾਮ ਪੁਆਇੰਟ ਆਫ ਵਿਊ। ਇਹ ਰਿਪੀਟ ਕਰਦਾ ਰਹਿੰਦਾ ਕੁਐਸਚਨ। ਐਕੂਰੇਸੀ ਐਂਡ ਪ੍ਰਸੀਜ਼ਨ ਦੇ ਵਿੱਚ ਕੀ ਡਿਫਰੈਂਸ ਆ। ਆਪਣੇ ਕੋਲ 4 ਕੇਸਿਸ ਨੇ। ਜਿਹੜਾ ਸੈਕਿੰਡ ਕੇਸ ਆ ਹਾਈ ਐਕੂਰੇਸੀ ਹਾਈ ਪ੍ਰਸੀਜ਼ਨ, ਇਹ ਲਾਸਟ 'ਤੇ ਡਿਸਕਸ ਕਰਾਂਗੇ। ਫਸਟ ਕੇਸ ਇਜ਼ ਲੋ ਐਕੂਰੇਸੀ ਐਂਡ ਹਾਈ ਪ੍ਰੀਸਾਈਜ਼। ਜਿਹੜਾ ਗੋਲ ਆ ਆਪਣਾ ਸੈਂਟਰ ਦੇ ਵਿੱਚ ਰੈਡ ਸਰਕਲ ਆ, ਜੇ ਇਹਦੇ ਇਨ ਬਿਟਵੀਨ ਆਊਗਾ ਦੈਟ ਇਜ਼ ਹਾਈ ਐਕੂਰੇਟ, ਜੇ ਇਹ ਤੋਂ ਬਾਹਰ ਜਾਊਗਾ ਤਾਂ ਲੋ ਐਕੂਰੇਟ। ਬਟ ਜਿਹੜੀ ਆਪਾਂ ਰੀਡਿੰਗ ਲੈ ਰਹੇ ਹਾਂ ਉਹ ਕੀ ਆਪਣੇ ਕੋਲ ਬਲੈਕ ਪੁਆਇੰਟਸ ਨੇ ਜਿਹੜੇ ਇੱਥੇ ਡਿਨੋਟ ਕੀਤੇ ਹੋਏ ਨੇ। ਜਿਹੜੇ ਬਲੈਕ ਪੁਆਇੰਟਸ ਨੇ ਉਹ ਕੀ ਆ, ਜਿਹੜੀ ਆਊਟਰ ਰਿੰਗ ਆ ਉਹਦੇ ਤੋਂ ਵੀ ਬਾਹਰ ਨੇ, ਬਟ ਹੈ ਕੀ ਨੇ, ਇੱਕ ਪੁਆਇੰਟ 'ਤੇ ਆ। ਜਿੱਥੇ ਵੀ ਹਰੇਕ ਵਾਰੀ ਆਪਾਂ ਰੀਡਿੰਗ ਲੈ ਰਹੇ ਹਾਂ ਉਹ ਇੱਕ ਪੁਆਇੰਟ 'ਤੇ ਆ ਰਹੀ ਆ। ਫਸਟ ਕੇਸ ਦੇ ਵਿੱਚ ਸਾਰੇ ਕੀ ਨੇ, ਇੱਕ ਪੁਆਇੰਟ 'ਤੇ ਨੇ ਬਾਹਰ, ਬਟ ਕੀ ਆ ਐਕੂਰੇਸੀ ਜ਼ੋਨ ਦੇ ਵਿੱਚ ਨਹੀਂ ਆ ਰਿਹਾ, ਤਾਂ ਇਹ ਕੀ ਆ ਲੋ ਐਕੂਰੇਟ ਅਤੇ ਹਾਈ ਪ੍ਰੀਸਾਈਜ਼। ਥਰਡ ਦੇ ਕੇਸ 'ਚ ਕੀ ਆ, ਜਿਹੜੇ ਇਨਰ ਰਿੰਗ ਆ ਉਹਦੇ ਵਿੱਚ ਕੀ ਆ ਸਾਰੇ ਲਾਈ ਕਰ ਰਹੇ ਨੇ ਬਟ ਇੱਕ ਪੁਆਇੰਟ 'ਤੇ ਨਹੀਂ ਹੈਗੇ, ਤਾਂ ਕਿ ਇਹ ਹਾਈ ਐਕੂਰੇਟ ਨੇ ਬਟ ਲੋ ਪ੍ਰੀਸਾਈਜ਼ ਨੇ। ਕਿਉਂ, ਉਹ ਇੱਕ ਪੁਆਇੰਟ 'ਤੇ ਨਹੀਂ ਆ ਰਹੇ ਹੈਗੇ। ਥਰਡ ਇਜ਼ ਲੋ ਐਕੂਰੇਟ ਐਂਡ ਲੋ ਪ੍ਰੀਸਾਈਜ਼। ਨਾ ਹੀ ਕੀ ਆ ਉਹ ਇਨਰ ਰਿੰਗ ਦੇ ਇਨ ਬਿਟਵੀਨ ਨੇ ਅਤੇ ਨਾ ਹੀ ਇੱਕ ਪੁਆਇੰਟ 'ਤੇ ਨੇ। ਬਟ ਜੇ ਸੈਕਿੰਡ ਕੇਸ ਦੇ ਵਿੱਚ ਦੇਖਾਂਗੇ ਹਾਈ ਐਕੂਰੇਟ ਐਂਡ ਹਾਈ ਪ੍ਰੀਸਾਈਜ਼, ਕੀ ਆ ਸਾਰੇ ਇਨਰ ਰਿੰਗ ਦੇ ਵਿੱਚ ਵੀ ਨੇ ਅਤੇ ਇੱਕੋ ਪੁਆਇੰਟ 'ਤੇ ਨੇ। ਇਹ ਸੀਗਾ ਆਪਣਾ ਡਿਫਰੈਂਸ ਐਕੂਰੇਸੀ ਅਤੇ ਪ੍ਰੀਸੀਜ਼ਨ। ਐਕੂਰੇਸੀ ਨੂੰ ਆਪਾਂ ਇੱਕ ਸਿੰਗਲ ਰੀਡਿੰਗ ਦੇ ਨਾਲ ਵੀ ਦੇਖ ਸਕਦੇ ਹਾਂ ਇੱਕ ਵਾਰੀ ਮੇਜਰ ਕਰਕੇ, ਬਟ ਜੇ ਪ੍ਰੀਸੀਜ਼ਨ ਨੂੰ ਚੈੱਕ ਕਰਨਾ ਤਾਂ ਵੀ ਹੈਵ ਟੂ ਟੇਕ ਮਲਟੀਪਲ ਰੀਡਿੰਗਸ ਆਫ ਸਪੈਸੀਮੈਨ। And now the next property is sensitivity, the ability with which a measuring device can detect small differences in the quantity being measured by it। ਕਿਸੇ ਵੀ ਸਾਈਜ਼ ਨੂੰ ਆਪਾਂ ਮੇਜਰ ਕਰ ਰਹੇ ਹਾਂ, ਜੇ ਉਸ ਸਾਈਜ਼ ਦੇ ਵਿੱਚ ਸਮਾਲ ਚੇਂਜ ਆ ਰਿਹਾ, ਕੀ ਇੰਸਟਰੂਮੈਂਟ ਉਹਨੂੰ ਡਿਟੈਕਟ ਕਰ ਰਿਹਾ। ਪਹਿਲੀ ਵਾਰੀ ਆਪਾਂ 10 mm ਦਾ ਸਪੈਸੀਮੈਨ ਮੇਜਰ ਕੀਤਾ, ਵਰਨੀਅਰ ਨੇ ਰੀਡਿੰਗ ਦਿੱਤੀ 10 mm, ਬਟ ਨੈਕਸਟ ਟਾਈਮ ਰਿਪਲੇਸ ਕਰਤਾ 10 mm ਸਾਈਜ਼ ਨੂੰ ਸਪੈਸੀਮੈਨ ਨੂੰ 10.1 ਦੇ ਨਾਲ। ਜਿਹੜਾ ਉਹ 0.1 ਦਾ ਚੇਂਜ ਆਇਆ ਉਹ ਵਰਨੀਅਰ ਆਪਾਂ ਨੂੰ ਸ਼ੋਅ ਕਰ ਰਿਹਾ, ਦੈਟ ਇਜ਼ ਸੈਂਸਿਟੀਵਿਟੀ। ਨੈਕਸਟ ਇਜ਼ ਹਿਸਟੇਰੀਸਿਸ। ਹਿਸਟੇਰੀਸਿਸ ਦਾ ਐਰਰ ਡਿਊ ਟੂ ਦਾ ਡਿਫਰੈਂਸ ਇਨ ਲੋਡਿੰਗ ਐਂਡ ਅਨਲੋਡਿੰਗ ਕਰਵ ਆਫ ਐਨ ਇੰਸਟਰੂਮੈਂਟ। ਜਦੋਂ ਆਪਾਂ ਵਰਨੀਅਰ ਦੇ ਵਿੱਚ ਜੋਬ ਨੂੰ ਹੋਲਡ ਕੀਤਾ, ਆਪਣੇ ਕੋਲੇ ਕੀ ਆ ਲੋਡਿੰਗ ਕਰਵ ਆਈ, ਬਟ ਜਦੋਂ ਕੀ ਆ ਉਹਨੂੰ ਅਨਲੋਡ ਕਰ ਰਹੇ ਹਾਂ ਵਰਨੀਅਰ ਦੇ ਵਿੱਚੋਂ ਰਿਮੂਵ ਕੀਤਾ ਤਾਂ ਅਨਲੋਡਿੰਗ ਦੀ ਕਰਵ ਆਈ। ਦ ਡਿਫਰੈਂਸ ਬਿਟਵੀਨ ਲੋਡਿੰਗ ਐਂਡ ਅਨਲੋਡਿੰਗ ਕਰਵ, ਜਿਹੜੀ ਫੋਰਸ ਜਾਂ ਪ੍ਰੈਸ਼ਰ ਦੇ ਵਿੱਚ ਬਣ ਰਹੀ ਆ, ਉਹਦਾ ਜਿਹੜਾ ਡਿਫਰੈਂਸ ਆ ਲੋਡਿੰਗ ਅਤੇ ਅਨਲੋਡਿੰਗ ਕਰਵ ਦਾ, ਉਹਨੂੰ ਕਹਿੰਦੇ ਆ ਹਿਸਟੇਰੀਸਿਸ। ਨੈਕਸਟ ਇਜ਼ ਰਿਸਪੌਂਸ ਟਾਈਮ। ਇਟ ਇਜ਼ ਦਾ ਟਾਈਮ elapsed ਆਫਟਰ ਏ ਸਡਨ ਚੇਂਜ ਇਨ ਦਾ ਮੇਜ਼ਰਡ ਵੈਲਿਊ। ਮਤਲਬ ਕੀ ਆ, ਜਦੋਂ ਆਪਾਂ ਪਿਛਲਾ ਕੇਸ ਸੈਂਸਿਟੀਵਿਟੀ ਦੇ ਵਿੱਚ ਦੇਖਿਆ, ਪਹਿਲਾਂ 10 mm ਦਾ ਸਪੈਸੀਮੈਨ ਮੇਜਰ ਕੀਤਾ,
ठीक है। 10 mm ਦਾ ਸਪੈਸੀਮੈਨ ਵਰਨੀਅਰ ਦੇ ਵਿੱਚ ਮੇਜਰ ਕੀਤਾ, ਫਿਰ ਉਹ 10 mm ਦੇ ਸਪੈਸੀਮੈਨ ਨੂੰ ਰਿਪਲੇਸ ਕੀਤਾ 10.1। ਜਦੋਂ ਆਪਾਂ 10 ਤੋਂ 10.1 ਵਾਲਾ ਸਪੈਸੀਮੈਨ ਹੋਲਡ ਕੀਤਾ, ਜਦੋਂ ਇਨਪੁਟ ਚੇਂਜ ਹੋਈ ਵਰਨੀਅਰ ਦੀ, ਕਿੰਨੇ ਟਾਈਮ ਬਾਅਦ ਉਹਨੇ ਆਊਟਪੁੱਟ 'ਤੇ ਉਹੀ ਰੀਡਿੰਗ ਕੀ ਆ ਸ਼ੋਅ ਕੀਤੀ। ਠੀਕ ਹੈ, ਜਿਹੜਾ ਟਾਈਮ ਕੰਜ਼ਿਊਮ ਹੋਇਆ ਦੈਟ ਇਜ਼ ਰਿਸਪੌਂਸ ਟਾਈਮ। Next is repeatability. It is the ability of the measuring instrument to repeat the same results for the different measurements for the same quantity. ਇੱਕੋ ਹੀ ਪੀਸ ਆ, ਇੱਕ ਹੀ ਆਪਣੇ ਕੋਲੇ ਵਰਨੀਅਰ ਆ, ਬਟ ਆਪਣੇ ਕੋਲੇ ਓਬਜ਼ਰਵਰ ਕੀ ਨੇ, ਨੰਬਰ ਆਫ ਓਬਜ਼ਰਵਰ 5 ਨੇ। ਪਹਿਲਾ ਬੰਦਾ ਮੇਜਰ ਕਰ ਰਿਹਾ, ਵੈਲਿਊ ਆ ਰਹੀ ਹੈ 10 mm, ਦੂਸਰੇ ਨੇ ਮੇਜਰ ਕੀਤੀ 10.2 mm, ਤੀਸਰੇ ਨੇ ਮੇਜਰ ਕੀਤੀ 10.4, ਫੋਰਥ ਨੇ ਮੇਜਰ ਕੀਤੀ 9.8। ਮਤਲਬ ਕੀ ਹੈ, ਜਦੋਂ ਓਬਜ਼ਰਵਰ ਚੇਂਜ ਹੋ ਰਹੇ ਆ, ਪਲੇਸ ਚੇਂਜ ਹੋ ਰਹੀ ਆ, ਇਨਵਾਇਰਮੈਂਟਲ ਕੰਡੀਸ਼ਨਸ ਚੇਂਜ ਹੋ ਰਹੀਆਂ ਨੇ, ਉਹਦੇ ਨਾਲ ਕੀ ਆ ਕੁਛ ਰੀਡਿੰਗ ਦੇ ਵਿੱਚ ਵੇਰੀਏਸ਼ਨ ਆ ਰਹੀ ਆ। ਇਹੀ ਪ੍ਰੋਪਰਟੀ ਨੂੰ ਕਹਿੰਦੇ ਆਪਾਂ ਰਿਪੀਟੇਬਿਲਿਟੀ, ਕਿ ਜਦੋਂ ਨੰਬਰ ਆਫ ਓਬਜ਼ਰਵਰ ਇੱਕ ਸਿੰਗਲ ਸਪੈਸੀਮੈਨ ਨੂੰ ਵਿਦ ਸਿੰਗਲ ਮੇਜ਼ਰਿੰਗ ਇੰਸਟਰੂਮੈਂਟ ਦੇ ਨਾਲ ਡਿਟੈਕਟ ਕਰ ਰਹੇ ਨੇ, ਓਬਜ਼ਰਵ ਕਰ ਰਹੇ ਨੇ, ਤਾਂ ਰੀਡਿੰਗ ਦੇ ਵਿੱਚ ਕੀ ਆ ਆਪਣੇ ਕੋਲੇ ਡਿਫਰੈਂਸ਼ੀਏਸ਼ਨ ਆ ਰਹੀ ਆ। ਐਂਡ ਨੈਕਸਟ ਇਜ਼ ਕੈਲੀਬ੍ਰੇਸ਼ਨ। Calibration, it is the process of framing the scale of the instrument by applying some standardized signal। ਕਿ ਇੱਕ ਤਰ੍ਹਾਂ ਦੇ ਸਕੇਲ ਨੂੰ ਡਿਫਰੈਂਸ਼ੀਏਟ ਕਰ ਲੈਣਾ ਦੂਸਰੇ ਦੇ ਵਿੱਚ, ਜਾਂ ਉਹਨੂੰ ਕੈਲੀਬਰੇਟ ਕਰ ਲੈਣਾ ਜਾਂ ਫਰੇਮ ਕਰ ਲੈਣਾ ਦੂਸਰੇ ਦੇ ਵਿੱਚ। ਐਗਜ਼ਾਮਪਲ ਲਿੱਤੀ ਆ ਥਰਮੋਕਪਲ ਦੀ। ਥਰਮੋਕਪਲ ਦੇ ਕੇਸ 'ਚ ਵੀ ਹੈਵ 2 ਵਾਇਰਸ। ਜਿਹੜੀਆਂ ਵਾਇਰਸ ਆਪਾਂ ਸਿਲੈਕਟ ਕਰਦੇ ਹਾਂ ਵਿਦ ਦਾ ਹੈਲਪ ਆਫ ਸੀਬੈਕ ਸੀਰੀਜ਼। ਠੀਕ ਹੈ, ਸੀਬੈਕ ਸੀਰੀਜ਼ ਦੇ ਨਾਲ ਆਪਾਂ ਵਾਇਰ ਸਿਲੈਕਟ ਕਰਦੇ ਹਾਂ। ਵਾਇਰਸ ਦੇ ਕੀ ਆ, ਉਸ ਤੋਂ ਬਾਅਦ ਜਿਵੇਂ ਆਪਣੇ ਕੋਲੇ 2 ਵਾਇਰਸ ਨੇ, ਦਿਸ ਇਜ਼ ਦਾ ਫਸਟ ਵਾਇਰ, ਇਹ ਆਪਣੇ ਕੋਲੇ ਸੈਕਿੰਡ ਵਾਇਰ ਆ। ਇੱਕ ਕੀ ਬਣਾ ਲਾਂਗੇ ਆਪਾਂ, ਹੌਟ ਜੰਕਸ਼ਨ, ਸੈਕਿੰਡ ਇਜ਼ ਕੋਲਡ ਜੰਕਸ਼ਨ। ਇੱਕ ਹੌਟ ਜੰਕਸ਼ਨ ਬਣ ਗਿਆ, ਇੱਕ ਕੋਲਡ ਜੰਕਸ਼ਨ ਬਣ ਗਿਆ। ਤੇ ਜਦੋਂ ਹੌਟ ਤੇ ਕੋਲਡ ਜੰਕਸ਼ਨ 2 ਆਪਾਂ ਬਣਾ ਲਾਂਗੇ, ਉਹਦੇ ਨਾਲ ਕੀ ਆ ਆਪਣੇ ਕੋਲੇ ਟੈਂਪਰੇਚਰ ਡਿਫਰੈਂਸ ਕ੍ਰੀਏਟ ਹੋਊਗਾ। ਉਸ ਟੈਂਪਰੇਚਰ ਡਿਫਰੈਂਸ ਦੇ ਨਾਲ ਕੀ ਆ ਇੱਥੇ ਆਊਟਪੁੱਟ 'ਤੇ ਵੋਲਟੇਜ ਜਨਰੇਟ ਹੋਊਗੀ। ਇੱਥੇ ਕੀ ਆਪਣੇ ਕੋਲੇ ਟੈਂਪਰੇਚਰ ਸੀ, ਬਟ ਉਰੇ ਕੀ ਆਪਣੇ ਕੋਲੇ ਵੋਲਟੇਜ ਜਨਰੇਟ ਹੋ ਰਹੀ ਆ। ਜਿਹੜਾ ਇਹ ਟੈਂਪਰੇਚਰ ਡਿਫਰੈਂਸ ਆਪਾਂ ਵੋਲਟ ਦੇ ਵਿੱਚ ਕਨਵਰਟ ਕੀਤਾ, ਜਿਹੜੀ ਕੈਲੀਬ੍ਰੇਸ਼ਨ ਕੀਤੀ, ਸਕੇਲ ਦੀ ਫਰੇਮਿੰਗ ਕੀਤੀ, ਯੂਨਿਟ ਦੀ ਕਨਵਰਜ਼ਨ ਕੀਤੀ ਫਰੋਮ ਡਿਗਰੀ ਸੈਂਟੀਗ੍ਰੇਡ ਜਾਂ ਫੈਰਨਹਾਈਟ ਜਾਂ ਕੈਲਵਿਨ ਤੋਂ ਮਿਲੀ ਵੋਲਟਸ ਦੇ ਵਿੱਚ, ਇਸ ਯੂਨਿਟ ਕਨਵਰਜ਼ਨ ਨੂੰ ਆਪਾਂ ਕੈਲੀਬ੍ਰੇਸ਼ਨ ਕਹਿੰਦੇ ਹਾਂ। ਇੱਕ ਵਾਰੀ ਮੈਂ ਰਿਪੀਟ ਕਰ ਦਿੰਦਾ, 2 ਵਾਇਰ ਸੀਗੀਆਂ, ਇੱਕ ਗ੍ਰੀਨ ਕਲਰ ਦੇ ਵਿੱਚ ਆ, ਦੂਸਰੀ ਪਰਪਲ ਦੇ ਵਿੱਚ ਆ। 2 ਜੰਕਸ਼ਨ ਬਣਾਏ, ਹੌਟ ਜੰਕਸ਼ਨ ਅਤੇ ਕੋਲਡ ਜੰਕਸ਼ਨ। ਦੋਨਾਂ ਨੂੰ ਕੀ ਆਪਾਂ ਅਲੱਗ-ਅਲੱਗ ਜਗ੍ਹਾ 'ਤੇ, ਹੌਟ ਜੰਕਸ਼ਨ ਨੂੰ ਹੌਟ 'ਤੇ ਰੱਖਾਂਗੇ, ਕੋਲਡ ਨੂੰ ਅੱਗੇ ਏਅਰ ਦੇ ਵਿੱਚ ਜਾਂ ਵਾਟਰ ਦੇ ਵਿੱਚ ਕਿਤੇ ਵੀ ਰੱਖ ਸਕਦੇ ਹਾਂ। ਅਤੇ ਜਦੋਂ ਵਿਦ ਰਿਸਪੈਕਟ ਆਫ ਟਾਈਮ ਦੇ ਨਾਲ ਕੀ ਆ ਟੈਂਪਰੇਚਰ ਡਿਫਰੈਂਸ ਦੇ ਨਾਲ ਇਹਦੇ 'ਚ ਕਰੰਟ ਜਨਰੇਟ ਹੋਊਗਾ। ਉਸ ਕਰੰਟ ਨੂੰ ਆਪਾਂ ਅੱਗੇ ਮਿਲੀ ਵੋਲਟ ਦੇ ਵਿੱਚ ਓਬਜ਼ਰਵ ਕਰਦੇ ਹਾਂ। ਕਨਵਰਟ ਕਿਹਨੂੰ ਕੀਤਾ, ਡਿਗਰੀ ਸੈਂਟੀਗ੍ਰੇਡ ਨੂੰ ਵੋਲਟ ਦੇ ਵਿੱਚ, ਅਤੇ ਇਸੇ ਕਨਵਰਜ਼ਨ ਨੂੰ ਕਹਿੰਦੇ ਆਪਾਂ ਕੈਲੀਬ੍ਰੇਸ਼ਨ। Now the last is interchangeability. It refers to assembly a number of units components taken at random from stock so as to build up a complete assembly without fitting or adjustment. ਇੰਟਰਚੇਂਜੇਬਿਲਿਟੀ ਦੇ ਕੇਸ 'ਚ ਕੀ ਆ, ਜਿਵੇਂ MNCs ਨੇ ਜਾਂ ਆਟੋਮੋਬਾਈਲ ਇੰਡਸਟਰੀ ਆ, ਸਾਰੇ ਕੰਪੋਨੈਂਟ ਇੱਕ ਹੀ ਇੰਡਸਟਰੀ ਜਾਂ ਇੱਕ ਹੀ ਫਲੋਰ ਸ਼ਾਪ ਦੇ ਵਿੱਚ ਨਹੀਂ ਬਣਾਏ ਜਾਂਦੇ। ਕੰਪੋਨੈਂਟਸ ਕੀ ਨੇ, ਜਿਵੇਂ ਰੌਕਮੈਨ ਦੀ ਐਗਜ਼ਾਮਪਲ ਲੈ ਲਈਏ ਆਪਾਂ, ਜਾਂ ਹੀਰੋ ਸਾਈਕਲ ਦੀ ਲੈ ਲਈਏ। ਇਹਨਾਂ ਦੇ ਕੋਲੇ ਰੌਕਮੈਨ ਦੇ ਵਿੱਚ ਕੀ ਆ, ਕਰੈਂਕ ਸ਼ਾਫਟ ਬਣਦੀ ਆ, ਕਿਤੇ ਕੈਮ ਸ਼ਾਫਟ ਬਣਦੀ ਆ। ਸਾਰੇ ਕੰਪੋਨੈਂਟਸ ਕੀ ਨੇ, ਅਲੱਗ-ਅਲੱਗ ਜਗ੍ਹਾ 'ਤੇ ਬਣਾ ਕੇ ਉਹਨਾਂ ਨੂੰ ਇੱਕ ਲਾਈਨ ਦੇ ਉੱਤੇ ਅਸੈਂਬਲ ਕੀਤਾ ਜਾਂਦਾ। ਹੁਣ ਅਸੈਂਬਲੀ ਪੋਸੀਬਲ ਕਿਸ ਤਰ੍ਹਾਂ, ਵਿਦ ਦਾ ਹੈਲਪ ਆਫ ਅ ਪ੍ਰੋਪਰ ਡਰਾਇੰਗ। ਜਿਹੜੀ ਉਹਦੀ ਕੈਮ ਸ਼ਾਫਟ ਆ ਜਾਂ ਕਰੈਂਕ ਸ਼ਾਫਟ ਆ, ਉਹਦੀ ਇੱਕ ਪ੍ਰੋਪਰ ਸਟੈਂਡਰਡਾਈਜ਼ਡ ਡਰਾਇੰਗ ਬਣਾ ਕੇ ਅੱਗੇ ਜਿਹਨੂੰ ਵੀ ਆਪਾਂ ਮੈਨੂਫੈਕਚਰ ਕਰਨ ਦੇ ਲਈ ਥਰਡ ਪਾਰਟੀ ਨੂੰ ਦੇਣੀ ਆ, ਉਹਨੂੰ ਕੀ ਆ ਡਰਾਇੰਗ ਦੇਵਾਂਗੇ। ਵਿਦ ਦਾ ਹੈਲਪ ਆਫ ਦੈਟ ਡਰਾਇੰਗ ਉਹ ਆਪਣੀ ਮੈਨੂਫੈਕਚਰਿੰਗ ਕਰਨਗੇ, ਅਤੇ ਜੋ ਕੰਪੋਨੈਂਟ ਉਹ ਇੰਡਸਟਰੀ
ਬਣਾਊਗੀ ਉਹ ਕੰਪੋਨੈਂਟ ਈਜ਼ੀਲੀ ਸਾਡੇ ਕੋਲ ਆ ਕੇ ਅਸੈਂਬਲੀ ਲਾਈਨ ਦੇ ਉੱਤੇ ਇੱਕ ਸਿੰਗਲ ਯੂਨਿਟ ਦੇ ਵਿੱਚ ਕਨਵਰਟ ਹੋ ਜਾਊਗਾ। ਇਹੀ ਇੰਟਰਚੇਂਜੇਬਿਲਿਟੀ ਆ। ਨੈਕਸਟ ਇਜ਼ टाइप ऑफ इंटरचेंजेबिलिटी। इंटरचेंजेबिलिटी ਦੀਆਂ टू टाइप्स ने। फर्स्ट इज़ लोकल एंड सैकेंड इज़ यूनीवर्सल। लोकल ਦੇ ਕੇਸ 'ਚ ਸਾਰੀ ਜਿਹੜੀ ਆਪਣੀ ਅਸੈਂਬਲੀ ਆ ਜਾਂ ਕੰਪੋਨੈਂਟਸ ਇੱਕ ਹੀ ਫੈਕਟਰੀ ਦੇ ਵਿੱਚ ਬਣਦੇ ਆ ਅਤੇ ਉਸੇ ਫੈਕਟਰੀ ਦੇ ਵਿੱਚ ਕੀ ਆ ਅੱਗੇ ਇੱਕ ਲਾਈਨ ਦੇ ਉੱਤੇ ਅਸੈਂਬਲ ਕਰ ਲਿੱਤੇ ਜਾਂਦੇ ਆ। ਬਟ ਡਿਊਰਿੰਗ ਦ ਕੇਸ ਆਫ ਯੂਨੀਵਰਸਲ ਦ ਮੈਨੂਫੈਕਚਰ ਦ ਡਿਫਰੈਂਟ ਕੰਪੋਨੈਂਟਸ ਆਫ ਏ ਸਿੰਗਲ ਅਸੈਂਬਲੀ ਇਨ ਡਿਫਰੈਂਟ ਯੂਨਿਟਸ। ਅਲੱਗ-ਅਲੱਗ ਇੰਡਸਟਰੀਜ਼ ਦੇ ਵਿੱਚ ਅਲੱਗ-ਅਲੱਗ ਕੰਪੋਨੈਂਟ ਬਣਦੇ ਆ। ਜਿਵੇਂ ਆਪਾਂ ਹੀਰੋ ਸਾਈਕਲ ਦਾ ਐਗਜ਼ਾਮਪਲ ਦਿੱਤਾ ਵੀ ਹੀਰੋ ਸਾਈਕਲ ਦੀ ਜਿਹੜੀ ਕਰੈਂਕਸ਼ਾਫਟ ਆ ਉਹ ਰੌਕਮੈਨ ਦੇ ਵਿੱਚ ਬਣਦੀ ਆ ਅਤੇ ਅਲੱਗ-ਅਲੱਗ ਜਗ੍ਹਾ 'ਤੇ ਕੀ ਆ ਉਹ ਕੰਪੋਨੈਂਟਸ ਬਣ ਕੇ ਇੱਕ ਫੈਕਟਰੀ ਦੇ ਵਿੱਚ ਲਿਆ ਕੇ ਅੱਗੇ ਅਸੈਂਬਲ ਕਰ ਲੈਂਦੇ ਆ। ਦਿਸ ਇਜ਼ ਯੂਨੀਵਰਸਲ ਇੰਟਰਚੇਂਜੇਬਿਲਿਟੀ। ਅਤੇ ਹੁਣ ਇਹ ਸੀਗੀਆਂ ਆਪਣੀਆਂ ਕਰੈਕਟਰਿਸਟਿਕਸ ਆਫ ਮੈਜ਼ਰਮੈਂਟ। ਥੈਂਕ ਯੂ।